ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਰੋਨਾ ਵਾਇਰਸ ਸੰਬੰਧੀ ਬਾਈਡਨ ਤੋਂ ਸਿੱਖ ਸਕਦੇ ਨੇ ਮੋਦੀ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਆਤਿਸ਼। ਹਮੀਰ ਸਿੰਘ ਜੀ, ਭਾਰਤ ਦੇਸ਼ ਦੇ ਵਿੱਚ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਰੋਜ਼ ਵੱਧਦੀ ਜਾ ਰਹੀ ਹੈ। ਇਸ ਸਮੇਂ ਜੇਕਰ ਗੱਲ ਕਰੀਏ ਭਾਰਤ ਦੀ, ਤਾਂ ਵਿਸ਼ਵ ਵਿੱਚ ਭਾਰਤ ਦੂਜੇ ਨੰਬਰ 'ਤੇ ਪਹੁੰਚ ਚੁੱਕਿਆ ਹੈ, ਜਿੱਥੇ ਰੋਜ਼ 4 ਲੱਖ ਤੋਂ ਵੱਧ ਪੋਜ਼ੀਟਿਵ ਕੇਸ ਆ ਰਹੇ ਨੇ। ਉੱਥੇ 3,500 ਤੋਂ ਵੱਧ ਲੋਕਾਂ ਦੀ ਮੌਤ ਹੋ ਰਹੀ ਹੈ। ਇਸ ਸਮੇਂ ਆਕਸੀਜਨ ਨੂੰ ਲੈ ਕੇ, ਸਿਹਤ ਸਹੂਲਤਾਂ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ। ਦੇਸ਼ ਵਿੱਚ ਵਿੱਤੀ ਸੰਕਟ ਦੇ ਹਾਲਾਤ ਬਣਦੇ ਨਜ਼ਰ ਆ ਰਹੇ ਨੇ ਅਤੇ ਬੇਰੁਜ਼ਗਾਰੀ ਦੀ ਵੀ ਜਿਹੜੀ ਹੈ ਬਹੁਤ ਵੱਡੇ ਪੱਧਰ 'ਤੇ ਗੱਲਾਂ ਸਾਹਮਣੇ ਆ ਰਹੀਆਂ ਨੇ। ਅਸੀਂ ਸਾਰਾ ਜਾਣਨਾ ਚਾਹਾਂਗੇ ਵੀ ਕਿ ਦੇਸ਼ ਦੇ ਮੌਜੂਦਾ ਹਾਲਾਤ ਕੀ ਨੇ ਅਤੇ ਸਰਕਾਰਾਂ ਕਿਸ ਤਰ੍ਹਾਂ ਇਹ ਪ੍ਰਬੰਧ ਕਰਨ ਦੀ ਕੋਸ਼ਿਸ਼ਾਂ ਕਰ ਰਹੀਆਂ ਨੇ। ਅਸਲ ਦੇ ਵਿੱਚ ਤਾਂ ਪਹਿਲਾਂ ਤਾਂ ਹੁਣ ਤਾਂ ਸਾਰੇ ਇੱਕੋ ਹੀ ਗੱਲ 'ਤੇ ਆ ਗਏ। ਪਹਿਲਾਂ ਪ੍ਰਧਾਨ ਮੰਤਰੀ ਨੇ ਕਿਹਾ ਸੀਗਾ ਕਿ ਲਾਕਡਾਊਨ ਜਿਹੜਾ ਜਾਂ ਤਾਲਾਬੰਦੀ ਹੈ ਉਹ ਆਖਰੀ ਫੈਸਲਾ ਹੋਏਗਾ, ਪਹਿਲਾਂ ਮਤਲਬ ਹੋਰ ਪ੍ਰਬੰਧ ਕਰਨ ਦੀ ਲੋੜ ਹੈ। ਜਦ ਹੋਰ ਪ੍ਰਬੰਧ ਹੋਏ ਹੀ ਨਹੀਂ ਰਹੇ ਤਾਂ ਇਹਦਾ ਮਤਲਬ ਹੁਣ ਤਾਂ ਜਿਹੜੇ ਅਰਥ ਸ਼ਾਸਤਰੀ ਨੇ, ਪ੍ਰੋਫੈਸਰ ਅਰੁਣ ਕੁਮਾਰ ਵਰਗੇ, ਜਿਹੜੇ ਸ਼ੁਰੂਆਤੀ ਦੌਰ ਦੇ ਵਿੱਚ ਪਹਿਲਾਂ ਕਹਿੰਦੇ ਰਹੇ ਨੇ ਕਿ ਰੋਜੀ ਰੋਟੀ ਦਾ ਨਾਲ ਬਹੁਤ ਜ਼ਰੂਰੀ ਚੀਜ਼ ਹੈ, ਇਹਦਾ ਕੁਛ ਸੋਚੋ ਜਾਂ ਬਾਕੀ ਚੀਜ਼ਾਂ ਕਰੋ ਜਾਂ ਉਹਨਾਂ ਦੀ ਜੇਬ 'ਚ ਪੈਸੇ ਪਾਓ ਲੋਕਾਂ ਦੀ 'ਚ। ਹੁਣ ਉਹ ਸਾਰੇ ਕਹਿਣ ਲੱਗ ਗਏ ਨੇ ਵੀ ਅਜੇ ਤਾਂ ਫਿਲਹਾਲ ਹੁਣ ਅਸੀਂ ਇੱਥੇ ਪਹੁੰਚ ਗਏ ਆ ਕੇ ਸਾਡੇ ਕੋਲ ਕੋਈ ਰਸਤਾ ਹੀ ਨਹੀਂ ਬਚਿਆ, ਤਾਲਾਬੰਦੀ ਤਾਂ ਕਰਨੀ ਪਏਗੀ ਦੇਸ਼ 'ਚ। ਔਰ ਤਾਲਾਬੰਦੀ 'ਤੇ ਵੀ ਵਖਰੇਵੇਂ ਇਹ ਨੇ ਕਿ ਕਹਿੰਦੇ ਨੇ ਘੱਟੋ ਘੱਟ ਜੇ 14 ਦਿਨ 'ਚ ਇਹ ਵਾਇਰਸ ਫੈਲਦਾ ਤਾਂ 14, ਕਈ ਵਾਰ 5-7 ਦਿਨ ਤਾਂ ਪਤਾ ਹੀ ਨਹੀਂ ਲੱਗਦਾ, 5-7 ਦਿਨ ਫਿਰ ਤਾਂ 14 ਦਿਨ ਦਾ ਤਾਲਾਬੰਦੀ ਦੀ। ਕਈ ਸੂਬਿਆਂ 'ਚ ਤਾਂ 10-10 ਦਿਨ ਹੋ ਹੀ ਗਏ ਨੇ ਜੀ, ਔਰ ਇਹ ਤੋਂ ਵੱਧ ਵੀ ਗਏ ਨੇ, ਬਲਕਿ ਤਾਲਾਬੰਦੀ ਤੋਂ ਵੀ ਵੱਧ ਗਿਆ ਕੰਮ। ਔਰ ਜਿਹੜਾ ਹੁਣ ਪ੍ਰਧਾਨ ਮੰਤਰੀ ਨੇ ਛੱਡਤਾ ਟੋਟਲੀ, ਉਹ ਸੂਬਿਆਂ 'ਤੇ ਛੱਡਤਾ ਜੀ ਕਿ ਤੁਸੀਂ ਆਪਣੇ ਆਪ ਫੈਸਲਾ ਕਰੋ। ਹਾਲਾਂਕਿ ਡਿਜ਼ਾਸਟਰ ਮੈਨੇਜਮੈਂਟ ਐਕਟ ਜਿਹੜਾ ਟੋਟਲੀ ਉਹ ਗੌਰਮੈਂਟ ਆਫ ਇੰਡੀਆ ਨੂੰ ਸਾਰੀ ਤਾਕਤ ਦਿੰਦਾ ਹੈ ਸਾਰੇ ਮਾਮਲਿਆਂ ਦੇ ਵਿੱਚ। ਇਸੇ ਕਰਕੇ ਵੱਡੇ ਵੱਡੇ ਮਾਮਲੇ ਕਈ ਸਾਹਮਣੇ ਆਉਂਦੇ ਨੇ। ਹੁਣ ਹਰ ਸੂਬੇ ਦੀ ਜਿਹੜੀ ਅਦਾਲਤ ਹੈ ਉਹ ਕੋਸ਼ਿਸ਼ਾਂ ਕਰ ਰਹੀ ਹੈ ਕਿ ਆਪਣੇ ਕਦੇ ਮਦਰਾਸ ਦੀ ਅਦਾਲਤ ਚੋਣ ਕਮਿਸ਼ਨ ਨੂੰ ਕਹਿੰਦੀ ਸੀ ਜ਼ਬਰਦਸਤੀ ਕਿ ਤੁਸੀਂ ਕਿਉਂ ਨਹੀਂ ਕੁਝ ਕਰ ਰਹੇ। ਦਿੱਲੀ ਦੀ ਅਦਾਲਤ ਰੋਜ਼ ਸੁਣਵਾਈ ਕਰ ਰਹੀ ਹੈ, ਹਾਈ ਕੋਰਟ ਜਿਹੜੀ ਹੈ, ਕਿ ਕੱਲ੍ਹ ਤਾਂ ਉਹਨੇ ਕੇਂਦਰ ਸਰਕਾਰ ਨੂੰ ਇਹ ਵੀ ਕਿਹਾ ਕਿ ਜੇ ਤੁਹਾਨੂੰ ਨਹੀਂ ਦਿੰਦਾ ਤਾਂ ਅਸੀਂ ਤਾਂ ਨਹੀਂ ਘੱਟੋ ਘੱਟ ਦੇਖਣ ਤੋਂ ਇਨਕਾਰ ਕਰ ਸਕਦੇ, ਅਸੀਂ ਇਹਨੂੰ ਅਦਾਲਤ ਦੀ ਮਾਨਹਾਨੀ ਮੰਨਾਂਗੇ ਜੇਕਰ ਤੁਸੀਂ ਨਹੀਂ ਕੀਤਾ। ਔਰ ਉਹਦੇ 'ਤੇ ਕੇਂਦਰ ਸਰਕਾਰ ਸੁਪਰੀਮ ਕੋਰਟ ਚਲੀ ਗਈ। ਸੁਪਰੀਮ ਕੋਰਟ ਨੇ ਅੱਜ ਸਟੇ ਕਰਤੀ, ਪਰ ਨਾਲ ਇੰਨਾ ਜ਼ਰੂਰ ਕਿਹਾ ਕਿ 700 ਮੀਟ੍ਰਿਕ ਟਨ ਆਕਸੀਜਨ ਜ਼ਰੂਰ ਦੇ ਦਿਓ। ਹੁਣ ਇਹਦੇ 'ਚ ਇੱਕ ਸਵਾਲ ਇਹ ਵੀ ਪੈਦਾ ਹੁੰਦਾ ਕਿ ਇੱਕ ਤਾਂ ਹੈਗੇ ਨੇ ਵੱਡੇ ਸ਼ਹਿਰ, ਦਿੱਲੀ ਹੈ, ਮੁੰਬਈ ਹੈ, ਲਖਨਊ ਹੈ, ਮਦਰਾਸ ਹੈ, ਜਿੱਥੇ ਕੋਰਟਾਂ 'ਚ ਚਲੇ ਗਏ ਲੋਕ ਜਾਂ ਵੱਖ-ਵੱਖ ਟਾਈਪ ਦੇ ਹਸਪਤਾਲ। ਦੇਸ਼ ਦਾ ਬਹੁਤ ਵੱਡਾ ਹਿੱਸਾ ਇਹੋ ਜਿਹਾ ਜਿੱਥੇ ਵੱਡੇ ਸ਼ਹਿਰ ਨਹੀਂ, ਨਾ ਉਸ ਲੈਵਲ ਦਾ ਮੀਡੀਆ ਹੈ, ਨਾ ਉਸ ਲੈਵਲ 'ਤੇ ਕੋਈ ਕੋਰਟਾਂ 'ਚ ਜਾ ਰਿਹਾ ਹੈ। ਉਹਨਾਂ ਦੇ ਹਾਲਾਤ ਤਾਂ ਉਦੋਂ ਵੀ ਬਦਤਰ ਸਿਚੁਏਸ਼ਨ 'ਚ ਦਿਖਾਈ ਦੇਣਗੇ ਨਾ, ਜਿਹਦੀ ਇਨਫੋਰਮੇਸ਼ਨ ਹੈ, ਕਈ ਵਾਰ ਸੂਚਨਾ ਹੀ ਪੂਰੀ ਉਸ ਲੈਵਲ ਦੇ ਉੱਤੇ ਨਹੀਂ ਆ ਰਹੀ ਹੁੰਦੀ। ਔਰ ਇਹ ਵੀ ਲੋਕਾਂ 'ਚ ਇੱਕ ਸ਼ੰਕਾ ਹੈ ਕਿ ਅਜੇ ਵੀ ਪੂਰੀਆਂ ਸੂਚਨਾਵਾਂ ਨਹੀਂ ਸਹੀ ਰੂਪ ਦੇ ਵਿੱਚ ਬਾਹਰ ਆ ਰਹੀਆਂ। ਇਸ ਲਈ ਜਿਹੜਾ ਸਿੱਧੇ ਤੌਰ 'ਤੇ ਜਾਨੀ ਨੁਕਸਾਨ ਦਾ ਕੁਐਸਚਨ ਹੈ ਉਹਦੇ 'ਤੇ ਵੀ ਅਜੇ ਭਰੋਸਾ ਨਹੀਂ ਵੱਜ ਰਿਹਾ ਕਿ ਹੁਣ ਉਹ ਮੋੜਾ ਪੈ ਗਿਆ ਜਾਂ ਨਹੀਂ ਪੈ ਗਿਆ। ਜੇ ਤੁਸੀਂ ਇਹ ਕਹਿੰਦੇ ਹੋ ਕਿ ਲੋਕਡਾਊਨ ਨਾਲ ਪਿਆ ਤਾਂ ਦੱਸੋ ਤਾਂ ਸਹੀ ਵੀ ਹੁਣ ਘਟ ਗਿਆ, ਬਿਲਕੁਲ ਪਹਿਲਾਂ ਨਾਲੋਂ ਮੋੜਾ ਪੈ ਗਿਆ, ਤਾਂ ਲੋਕਾਂ ਦੇ ਵਿੱਚ ਫਿਰ ਇੱਕ ਉਮੀਦ ਜਗੇ ਕਿ ਚਲੋ ਹੋਰ ਸਹੀ ਥੋੜ੍ਹੇ ਦਿਨਾਂ ਬਾਅਦ ਸ਼ਾਇਦ ਫਰਕ ਪੈ ਜਾਊਗਾ। ਜਦੋਂ ਹੁਣ ਤੁਸੀਂ ਲੋਕਾਂ ਨਾਲ ਸੰਵਾਦ ਹੀ ਛੱਡਤਾ, ਪ੍ਰਧਾਨ ਮੰਤਰੀ ਹੁਣ ਆ ਕੇ ਲੋਕਾਂ ਨਾਲ ਕੋਈ ਗੱਲ ਨਹੀਂ ਕਰ ਰਹੇ, ਗ੍ਰਹਿ ਮੰਤਰੀ ਕੋਈ ਆ ਕੇ ਲੋਕਾਂ ਨਾਲ ਗੱਲ ਨਹੀਂ ਕਰ ਰਹੇ, ਕਈ ਸੂਬਿਆਂ ਦੇ ਮੁੱਖ ਮੰਤਰੀ ਹੁਣ ਟਵੀਟ ਹੀ ਕਰਨ ਲੱਗ ਗਏ ਬਸ ਲੋਕਾਂ ਨਾਲ ਡਾਇਰੈਕਟ ਰਾਬਤੇ ਦੀ ਬਜਾਏ। ਜਿਹੜਾ ਮਾੜਾ ਮੋਟਾ ਵੀਡੀਓ ਕਾਨਫਰੰਸ ਰਾਹੀਂ ਕਰਦੇ ਸੀ ਉਹ ਵੀ ਬੰਦ ਕਰਤਾ। ਕੱਲ੍ਹ ਨਤੀਸ਼ ਕੁਮਾਰ ਨੇ ਵੀ ਟਵੀਟ ਕਰਤਾ ਕਿ ਬਿਹਾਰ ਦੇ ਵਿੱਚ ਹੁਣ ਬੰਦ ਰਹੂਗਾ। ਇਹ ਜਿਹੜਾ ਇੱਕ ਐਂਗਲ ਹੈ ਜਿਹੜਾ ਬਿਊਰੋਕਰੇਸੀ ਦਾ ਜਾਂ ਪੋਲੀਟੀਕਲੀ ਲੀਡਰਸ਼ਿਪ ਦਾ, ਇਹ ਵੀ ਲੋਕਾਂ ਨੂੰ ਜ਼ਿਆਦਾ ਪਰੇਸ਼ਾਨ ਕਰਨ ਵਾਲਾ ਹੈ ਕਿਉਂਕਿ ਉਹਨਾਂ ਨਾਲ ਰਾਬਤੇ 'ਚੋਂ ਹੀ ਤੁਸੀਂ ਗਾਇਬ ਹੁੰਦੇ ਜਾ ਰਹੇ ਹੋ। ਬਿਲਕੁਲ ਇਸ 'ਤੇ ਸੋਚਣ ਦਾ ਜਿਹੜਾ ਸਵਾਲ ਬਹੁਤ ਬੜਾ ਸਵਾਲ ਹੈ ਲੋਕਾਂ ਦੇ ਸਾਹਮਣੇ। ਹਮੀਰ ਸਿੰਘ ਜੀ, ਜੇਕਰ ਗੱਲ ਕਰੀਏ ਵਿਸ਼ਵ ਦੇ ਵਿੱਚ ਅਮਰੀਕਾ 'ਚ ਸਭ ਤੋਂ ਵੱਧ ਕਰੋਨਾ ਦੇ ਕੇਸ ਪਾਏ ਜਾ ਰਹੇ ਨੇ। ਉਹ ਪਹਿਲੇ ਦਿਨ ਤੋਂ ਜਿਹੜਾ ਹੈ ਅਮਰੀਕਾ ਦੇ ਵਿੱਚ ਪੋਜ਼ੀਟਿਵ ਕੇਸਾਂ ਦੀ ਗਿਣਤੀ ਬਹੁਤ ਵੱਧ ਸੀ। ਅਸੀਂ ਜਾਣਨਾ ਚਾਹਾਂਗੇ ਉੱਥੇ ਵੀ ਕਿ ਬਾਈਡਨ ਹੋਰੀ ਕੀ ਕਰ ਰਹੇ ਨੇ ਅਜਿਹਾ ਵੀ ਜਿਹੜਾ ਉਹ ਕਰੋਨਾ ਦੀ ਰੋਕਥਾਮ 'ਚ ਕਾਮਯਾਬ ਹੁੰਦੇ ਦਿਖਾਈ ਦੇ ਰਹੇ ਨੇ, ਜਾਂ ਭਾਰਤ ਨੂੰ ਉਹਨਾਂ ਤੋਂ ਕੀ ਕੁਝ ਸਿੱਖਣ ਦੀ ਲੋੜ ਹੈ। ਅਸਲ 'ਚ ਅਮਰੀਕਾ ਦੇ ਸਾਹਮਣੇ ਤਾਂ ਇੱਕ ਵੱਡਾ ਕ੍ਰਾਈਸਿਸ ਇਹ ਵੀ ਹੈ ਕਿ ਜੇ ਉਹਨੇ ਦੁਨੀਆ ਦਾ ਲੀਡਰ ਰਹਿਣਾ ਹੈ, ਗਲੋਬਲ ਆਗੂ ਰਹਿਣਾ ਹੈ, ਤਾਂ ਤੁਹਾਨੂੰ ਮਤਲਬ ਇਹ ਸਾਬਤ ਕਰਨਾ ਪਏਗਾ ਸਾਰੇ ਪੱਖਾਂ ਤੋਂ ਕਿ ਤੁਹਾਡੇ ਨਾਗਰਿਕ ਵੀ ਸੰਤੁਸ਼ਟ ਨੇ ਬਾਕੀ ਨੇ। ਔਰ ਦੂਜੀ ਗੱਲ ਅਮਰੀਕਾ ਦੀ ਇੱਕ ਹੋਰ ਵੀ ਹੈ, ਸਾਡੇ ਵਾਂਗ ਨਹੀਂ ਹੈ ਕਿ ਸੰਵਿਧਾਨਕ ਸੰਸਥਾਵਾਂ ਮੂੰਹ ਚੁੰਗਲ ਪਾ ਕੇ ਬੈਠੀਆਂ ਰਹਿਣਗੀਆਂ
ਜਿਵੇਂ ਸੱਤਾਧਾਰੀ ਕਹਿੰਦੇ ਨੇ ਉਵੇਂ ਕਰਦੀਆਂ ਰਹਿਣਗੀਆਂ। ਉੱਥੇ ਸੰਸਥਾਵਾਂ ਇੱਕ ਸਹਿਜ ਵਿਕਾਸ 'ਚੋਂ ਡਿਵੈਲਪ ਹੋਈਆਂ ਨੇ, ਮਜ਼ਬੂਤ ਨੇ, ਉਹ ਸਰਕਾਰਾਂ ਨੂੰ ਖਿੱਚਦੀਆਂ ਨੇ ਉਸ ਪੱਧਰ ਦੇ ਉੱਤੇ। ਤੀਜੀ ਗੱਲ ਇਹ ਹੈ ਕਿ ਲੋਕ ਵੀ ਆਪਣੇ ਹੱਕਾਂ ਦੇ ਪ੍ਰਤੀ ਮੁਕਾਬਲਤਾ ਨਾਲ ਅਵੇਅਰ ਨੇ। ਕੱਲ੍ਹ ਨੂੰ ਨਹੀਂ ਮਿਲਦਾ ਤਾਂ ਹਾਹਾਕਾਰ ਮੱਚ ਜਾਂਦੀ ਹੈ। ਸਾਡੇ ਤਾਂ ਲੋਕ ਉਵੇਂ ਹੀ ਕਹਿੰਦੇ ਨੇ ਕਿ ਭਾਣਾ ਮੰਨੋ, ਚਲੋ ਭਾਣਾ ਮੰਨ ਕੇ ਚੱਲ ਰਿਹਾ ਕੰਮ ਕਾਫੀ ਹੱਦ ਤੱਕ। ਹਾਲਾਂਕਿ ਸਾਡੇ ਵੀ ਲੋਕ ਬਹੁਤ ਬਾਜ਼ਾਰਾਂ 'ਚ ਆਉਣ ਲੱਗ ਗਏ ਨੇ, ਸਾਡੇ ਵੀ ਉਹ ਕਹਿੰਦੇ ਨੇ ਸਾਡੀ ਰੋਜੀ ਰੋਟੀ ਦਾ ਕੀ ਹੈ। ਪਰ ਇਹ ਸਾਰੀਆਂ ਚੀਜ਼ਾਂ ਨੂੰ ਜੇਕਰ ਅਸੀਂ ਕਹੀਏ ਕਿ ਕਾਰਪੋਰੇਟ ਦਾ ਫੰਡ ਹੈ, ਮੁਨਾਫੇ ਦੇ ਮੁਤਾਬਕ ਹੀ ਚੱਲਦਾ, ਸਾਰਾ ਕੁਝ ਕਾਰਪੋਰੇਟ ਘਰਾਣਿਆਂ ਨੂੰ ਦਿੱਤਾ ਜਾ ਰਿਹਾ। ਜੇਕਰ ਉਸ ਮਾਮਲੇ ਦੇ ਵਿੱਚ ਵੀ ਕਹੀਏ ਉਹ ਤਾਂ ਅਮਰੀਕਾ 'ਚ ਵੀ ਇਹੀ ਹੈ। ਪਰ ਜਿਹੜਾ 28 ਅਪ੍ਰੈਲ ਦਾ ਪਹਿਲਾ ਭਾਸ਼ਣ ਹੈ ਦੋਨੋਂ ਸਦਨਾਂ ਨੂੰ ਸਾਂਝਾ, ਜਿਹੜਾ ਬਾਈਡਨ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਲਗਭਗ 100 ਦਿਨ ਪੂਰੇ ਹੋਣ ਵਾਲੇ ਉਹਦੇ ਨੇੜੇ ਸੀ, ਉਹ ਭਾਸ਼ਣ ਕਈ ਇਹੋ ਜਿਹੀਆਂ ਗੱਲਾਂ ਕਰਦਾ ਜਿਹੜੀਆਂ ਗੱਲਾਂ ਮੁਕਾਬਲਤਨ ਸਾਡੇ ਲੀਡਰ ਨਹੀਂ ਕਰਦੇ, ਜਾਂ ਸਾਨੂੰ ਉਹਦੇ ਤੋਂ ਘੱਟੋ ਘੱਟ ਗਾਈਡੈਂਸ ਲੈਣ ਦੀ ਲੋੜ ਹੈ। ਬਾਈਡਨ ਨੇ 3-4 ਗੱਲਾਂ ਬਹੁਤ ਮਹੱਤਵਪੂਰਨ ਕੀਤੀਆਂ ਨੇ। ਸਭ ਤੋਂ ਪਹਿਲੀ ਗੱਲ ਤਾਂ ਉਹਨੇ ਇਹ ਕੀਤੀ ਹੈ ਕਿ ਸਾਨੂੰ ਜਿਹੜਾ ਪੂਰਾ ਸਾਡਾ ਨਾਗਰਿਕ ਨੇ ਉਹਨਾਂ ਦੀ ਰੋਜੀ ਰੋਟੀ ਵੱਲ, ਉਹਨਾਂ ਦੇ ਪੈਸੇ ਵੱਲ, ਉਹਨਾਂ ਦੀ ਸਿਹਤ ਵੱਲ ਧਿਆਨ ਦੇਣ ਦਾ ਕੁਐਸਚਨ ਹੈ, ਸਭ ਤੋਂ ਵੱਡਾ ਗੱਲ ਹੈ। ਉਹਨੇ ਇਹ ਕਿਹਾ, ਜਿਵੇਂ ਸਾਡੇ ਨਰਿੰਦਰ ਮੋਦੀ ਨੇ ਪਹਿਲਾਂ ਕਿਹਾ 2014 'ਚ ਪਹਿਲਾਂ ਇਹ ਕਿਹਾ ਕਿ ਸਾਡਾ ਢਾਂਚਾ, ਮੇਰੇ ਕੋਲ ਮੰਤਰ ਹੈ ਇੱਕ, ਮਿਨੀਮਮ ਗਵਰਨਮੈਂਟ ਮੈਕਸੀਮਮ ਗਵਰਨੈਂਸ। ਮਤਲਬ ਸਰਕਾਰ ਦਾ ਦਖਲ ਘੱਟ ਤੋਂ ਘੱਟ ਹੋਏਗਾ, ਅਸੀਂ ਪ੍ਰਸ਼ਾਸਨ ਚੁਸਤ ਦਰੁਸਤ ਬਣਾਵਾਂਗੇ, ਗਵਰਨੈਂਸ ਠੀਕ ਹੋਏਗੀ। ਅਤੇ ਫਿਰ 2019 'ਚ ਨਰਿੰਦਰ ਮੋਦੀ ਨੇ ਕਿਹਾ ਕਿ ਲੋਕਾਂ ਨੂੰ ਅਸਲ 'ਚ ਇਹਦੀ ਗੱਲ ਅਜੇ ਸਮਝ ਨਹੀਂ ਆਈ, ਜਦੋਂ ਦੂਜੀ ਲੋਕ ਸਭਾ 5 ਸਾਲ 'ਚ ਮਤਲਬ ਅਸੀਂ ਸਮਝਾ ਨਹੀਂ ਪਾਏ ਕੀ ਹੁੰਦਾ। ਅਤੇ ਉਹ ਕਹਿੰਦੇ ਨੇ ਕਿ ਅਸਲ ਦੇ ਵਿੱਚ ਇਹਦਾ ਮਤਲਬ ਇਹ ਹੁੰਦਾ ਕਿ ਜਦੋਂ ਮੈਂ ਪਹਿਲਾਂ ਆਇਆ ਸੀ ਉਦੋਂ ਕੈਬਨਿਟ ਦਾ ਏਜੰਡਾ ਹੀ ਸਾਰੇ ਮੰਤਰੀਆਂ ਤੱਕ ਜਾਂਦਾ 6 ਮਹੀਨੇ ਲੈ ਲੈਂਦਾ ਸੀ, ਹੁਣ 15 ਮਹੀਨੇ 'ਚ ਚਲਾ ਜਾਂਦਾ। ਅਤੇ ਪਰ ਲੋਕ ਸਵਾਲ ਤਾਂ ਇਹ ਉਠਾਉਣਗੇ ਹੀ ਨਾ ਵੀ 15 ਦਿਨ 'ਚ ਜੇ ਚਲਾ ਜਾਂਦਾ, ਕੈਬਨਿਟ ਦੀ ਮੀਟਿੰਗ ਨਹੀਂ ਹੁੰਦੀ, ਉਹ 15 ਦਿਨ 'ਚ ਜਾ ਕੇ ਕਰਦਾ ਕੀ ਹੈ, ਉਹਦਾ ਰਿਜ਼ਲਟ ਕੀ ਹੈ, ਐਂਡ ਰਿਜ਼ਲਟ ਕੀ ਹੈ। ਬਾਈਡਨ ਨੇ ਇਹਨੂੰ ਉਲਟਾ ਕਰਤਾ ਕਿ ਹੁਣ ਮੌਕਾ ਮੈਕਸੀਮਮ ਗਵਰਨਮੈਂਟ ਦਾ ਆ ਗਿਆ। ਉਹਦਾ ਕਾਰਨ ਇਹ ਹੈ ਕਿ ਬਹੁਤ ਕੰਮ ਹੁਣ ਇਹੋ ਜਿਹੇ ਕੰਮ ਕਰਨ ਵਾਲੇ ਨੇ ਜਿਹੜੇ ਗਵਰਨਮੈਂਟ ਤੋਂ ਬਿਨਾਂ ਹੋ ਹੀ ਨਹੀਂ ਸਕਦੇ। ਨਿੱਜੀ ਤਾਂ ਲੋਕ ਹੱਥ ਖੜੇ ਕਰਕੇ ਜਦ ਮਰਜ਼ੀ ਚਲੇ ਜਾਂਦੇ ਨੇ, ਉਹਨਾਂ ਦੀ ਜ਼ਿੰਮੇਵਾਰੀ ਥੋੜ੍ਹੀ ਹੈ, ਉਹਨਾਂ ਦੀ ਜਵਾਬਦੇਹੀ ਥੋੜ੍ਹੀ ਹੈ। ਉਹ ਦੇਸ਼ ਛੱਡ ਕੇ ਵੀ ਚਲੇ ਜਾਂਦੇ ਨੇ ਜਿੱਥੇ ਮਰਜ਼ੀ ਬਹਿ, ਜਵਾਬਦੇਹੀ ਤਾਂ ਗਵਰਨਮੈਂਟ ਦੀ ਹੈ ਨਾ। ਅਤੇ ਇਸੇ ਕਰਕੇ ਉਹਨਾਂ ਨੇ ਇੱਕ ਸਭ ਤੋਂ ਬੜਾ ਕੁਐਸਚਨ ਤਾਂ ਇਹ ਕੀਤਾ ਕਿ ਦੂਜੀ ਸੰਸਾਰ ਜੰਗ ਤੋਂ ਬਾਅਦ ਪਹਿਲੀ ਵਾਰ ਐਡੀ ਵੱਡੇ ਪੱਧਰ ਦੀ ਇੱਕ ਵਿਆਪਕ ਰੁਜ਼ਗਾਰ ਯੋਜਨਾ ਦਾ ਐਲਾਨ ਕੀਤਾ ਕਿ ਬੜੇ ਪੱਧਰ 'ਤੇ ਰੁਜ਼ਗਾਰ ਦਾ ਜਿਹੜਾ ਲੋਕਾਂ ਨੂੰ ਦਿੱਤਾ ਜਾਵੇਗਾ ਅਤੇ ਦਿੱਤਾ ਜਾਣਾ ਚਾਹੀਦਾ। ਔਰ ਉਹ ਐਡੇ ਵੱਡੇ ਪੱਧਰ 'ਤੇ ਰੁਜ਼ਗਾਰ ਦਾ ਮਤਲਬ ਹੈ ਕਿ ਲੋਕਾਂ ਦੇ ਘਰਾਂ ਦੇ ਵਿੱਚ ਪੈਸਾ ਜਾਏ ਕਿਸੇ ਨਾ ਕਿਸੇ ਰੂਪ 'ਚ। ਦੂਜੀ ਗੱਲ ਉਹਨੇ ਇਹ ਕੀਤੀ ਹੈ ਕਿ ਘੱਟੋ ਘੱਟ ਉਜਰਤ ਵਧਾਉਣੀ ਹੈ, $15 ਤੋਂ ਘੱਟ ਕਿਸੇ ਨੂੰ ਘੱਟੋ ਘੱਟ ਉਜਰਤ ਘੰਟੇ ਦੀ ਮਿਲਣੀ ਨਹੀਂ ਚਾਹੀਦੀ, ਇਹਦੇ ਲਈ ਕਾਨੂੰਨ ਬਣਾਉਣ ਦੀ ਗੱਲ ਹੈ। ਅਤੇ ਅਗਲੀ ਗੱਲ ਇਹ ਹੈ ਕਿ ਔਰਤਾਂ ਨੂੰ ਬਰਾਬਰ ਦਾ ਕੰਮ ਕਰਕੇ ਬਰਾਬਰ ਦਾ ਪੈਸਾ ਦੇਣ ਦੇ ਲਈ ਕਾਨੂੰਨ ਬਣਾਉਣ ਦੀ ਗੱਲ ਹੈ। ਇੱਕ ਹੋਰ ਗੱਲ ਜਿਹੜੀ ਸਭ ਤੋਂ ਮਹੱਤਵਪੂਰਨ ਉਹਨੇ ਆਪਣੇ ਭਾਸ਼ਣ 'ਚ ਕੀਤੀ ਹੈ, ਉਹ ਕਹਿੰਦਾ ਜਿਹੜਾ ਟਰੇਡ ਯੂਨੀਅਨ ਦਾ ਸੈਟਅਪ ਹੈ ਇਹਨੂੰ ਮਜ਼ਬੂਤ ਕਰਨਾ, ਇਹਦੇ ਲਈ ਕਾਨੂੰਨ ਬਣਾਉਣਾ ਤਾਂ ਕਿ ਉਹਨਾਂ ਦੀ ਬਾਰਗੇਨਿੰਗ ਪਾਵਰ ਜਿਹੜੀ ਸੌਦਾ ਕਰਨ ਦੀ ਜਾਂ ਕਿਸੇ ਪ੍ਰਬੰਧਕਾਂ ਨਾਲ ਬੈਠ ਕੇ ਗੱਲ ਕਰਨ ਦੀ ਹੈ, ਉਹਦੀ ਯੋਗਤਾ ਨੂੰ ਵਧਾਇਆ ਜਾ ਸਕੇ ਅਤੇ ਉਹਦੀ ਤਾਕਤ ਨੂੰ ਵਧਾਇਆ ਜਾ ਸਕੇ। ਸਾਡੇ ਬਿਲਕੁਲ ਉਦੋਂ ਉਲਟ ਹੋ ਗਿਆ। ਸਾਡੇ ਜਿਹੜੇ ਕਾਨੂੰਨਾਂ 'ਚ ਸੋਧ ਕਰਕੇ ਤੁਸੀਂ ਕਰ ਰਹੇ ਹੋ ਸੋਧ ਦੇ ਨਾਂ 'ਤੇ, ਉਹ ਮਜ਼ਦੂਰਾਂ ਦਾ ਹੱਕ ਖੋਹ ਰਹੇ ਹੋ, ਉਹਨਾਂ ਦੀ ਬਾਰਗੇਨਿੰਗ ਦਾ, ਉਹਨਾਂ ਦੀ ਹੜਤਾਲ ਕਰਨ ਦਾ। ਉਹਦੇ ਉੱਥੇ ਉਹ ਉਲਟ ਕਰ ਰਿਹਾ ਹੈ ਇਸ ਮਾਮਲੇ ਦੇ ਵਿੱਚ ਆ ਕੇ, ਕਿ ਉਹ ਕਹਿ ਰਿਹਾ ਕਿ ਨਹੀਂ, ਜੂਨੀਅਰ ਬਣਾਉਣ ਦਾ ਅਤੇ ਜੂਨੀਅਰ ਦੇ ਮੁਤਾਬਕ ਆਪਣੇ ਹੱਕ ਲੈਣ ਦਾ ਕਾਨੂੰਨ ਸਖਤ ਹੋਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਹੱਕ ਮਿਲ ਸਕੇ ਉਹਨਾਂ ਬੰਦਿਆਂ ਨੂੰ। ਉਹਨੇ ਇੱਕ ਜਿਹੜਾ ਤਰੀਕਾ ਦੱਸਿਆ, ਮਤਲਬ ਲੋਕਾਂ ਨੂੰ ਘੱਟੋ ਘੱਟ ਇੱਕ ਗੱਲ ਭਰੋਸਾ ਤਾਂ ਵੱਜਦਾ ਨਾ ਕਿ ਰਾਸ਼ਟਰਪਤੀ ਸਾਡੇ ਲਈ ਸੋਚਦਾ। ਉਹ ਇਹ ਕਹਿ ਰਿਹਾ ਕਿ ਜਿਹੜਾ ਵਾਲ ਸਟਰੀਟ ਹੈ ਜਿੱਥੇ ਵੱਡੇ ਲੋਕ ਆਪਣਾ ਵਪਾਰ ਕਰਦੇ ਨੇ, ਇਹ ਚੰਗੇ ਲੋਕ ਹੋਣਗੇ, ਉੱਥੇ ਚੰਗੇ ਲੋਕ ਨੇ। ਪਰ ਅਮਰੀਕਾ ਜਿਹੜਾ ਬਣਿਆ ਉਹ ਮੱਧ ਵਰਗ ਦੇ ਨਾਲ ਬਣਿਆ ਅਤੇ ਯੂਨੀਅਨਾਂ ਨਾਲ ਬਣਿਆ ਹੋਇਆ। ਇਸ ਲਈ ਇਹਨਾਂ ਗੱਲਾਂ ਦੀ ਮਜ਼ਬੂਤੀ ਬਹੁਤ ਜ਼ਰੂਰੀ ਹੈ। ਇਹ ਗੱਲ ਕੀਤੀ। 3-4 ਉਹਨੇ ਹੋਰ ਗੱਲਾਂ ਜਿਹੜੀਆਂ ਇੰਪੋਰਟੈਂਟ ਕੀਤੀਆਂ ਉਹ ਇਹ ਨੇ ਕਿ ਜਿੰਨੇ ਵੀ ਕਾਲਿਆਂ ਦੇ, ਕਬੈਲੀਆਂ ਦੇ, ਘੱਟ ਗਿਣਤੀਆਂ ਦੇ ਇਤਿਹਾਸਕ ਵਿਦਿਅਕ ਸੰਸਥਾਵਾਂ ਨੇ, ਇਹਨਾਂ ਨੂੰ ਵਿਆਪਕ ਗ੍ਰਾਂਟ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਪੜ੍ਹਾਈ ਸਭ ਤੋਂ ਇੰਪੋਰਟੈਂਟ ਚੀਜ਼ ਹੈ। ਜਿਹੜੀ 12 ਸਾਲ ਤੋਂ ਵੱਧ ਕੇ 16 ਸਾਲ ਤੱਕ ਦੇ ਸਾਰਿਆਂ ਨੂੰ, ਸਾਰੇ ਸਕੂਲਾਂ ਨੂੰ ਇੱਕੋ ਜਿਹੀ ਵਿੱਦਿਆ ਦਾ ਜਿਹੜਾ ਸਵਾਲ ਹੈ, ਇਹਨੂੰ ਵੀ ਲਾਗੂ ਕਰਨਾ ਚਾਹੀਦਾ ਅਤੇ ਇਹਨੂੰ ਕੁਆਲਿਟੀ ਐਜੂਕੇਸ਼ਨ ਮਿਲਣ ਦੀ ਜਿਹੜੀ ਸਵਾਲ ਹੈ। ਅਤੇ ਉਹਦੇ ਤੋਂ ਬਾਅਦ ਇੱਕ ਹੋਰ ਗੱਲ ਉਹਨੇ ਕੀਤੀ ਹੈ ਕਿ ਸਿਹਤ ਬੰਦਿਆਂ ਦਾ ਬੁਨਿਆਦੀ ਹੱਕ ਹੋਣਾ ਚਾਹੀਦਾ ਹੈ, ਸਿਹਤ ਦੀ ਸਹੂਲਤਾਂ, ਨਾ ਕਿ ਇਹ
ਵੈਸੇ ਹੀ ਹੈ ਵੀ ਹੈ ਤੁਹਾਡੇ ਕੋਲ ਨਹੀਂ ਹੈ, ਉਹ ਤੁਹਾਡਾ ਸਵਾਲ ਹੈ। ਸਾਡੇ ਅਜੇ ਸਿਹਤ ਨੂੰ ਹੱਕ ਦੇ ਤੌਰ ਤੇ ਤਸਲੀਮ ਨਹੀਂ ਕੀਤਾ ਜਾ ਰਿਹਾ। ਉਸ ਸਾਰੇ ਮਾਮਲੇ ਦੇ ਵਿੱਚ ਜਿੰਨੇ ਵੀ ਸਵਾਲ ਨੇ ਇਹਦੇ ਤੇ ਵੀ ਇਹ ਸਵਾਲ ਉਠਾ ਰਹੇ ਨੇ ਅਰਥ ਸ਼ਾਸਤਰੀ ਕਈ ਕਿ ਜਿੰਨਾ ਪੈਸਾ ਉਹਨੇ ਕਹਿਤਾ ਇੰਨਾ ਪੈਸਾ ਕਿੱਥੋਂ ਆਊਗਾ ਜੀ। ਤੇ ਪੈਸਾ ਤਾਂ ਉਹਨੇ ਨਹੀਂ ਕਿਹਾ ਕਿ ਸਾਨੂੰ ਵੀ ਸਾਡੇ ਸੁਜੈਸਟ ਕੀਤਾ ਸੀ। ਜਿਹੜੀ ਆਕਸਫਾਰਮ ਦੀ ਰਿਪੋਰਟ ਆਈ ਹੈ ਫਰਵਰੀ 2021 ਦੇ ਵਿੱਚ ਪਿਛਲੇ ਲਾਕਡਾਊਨ ਤੋਂ ਬਾਅਦ ਭਾਰਤ ਦੇ ਬਾਰੇ 'ਚ ਉਹਨੇ ਕਿਹਾ ਸੀ ਕਿ ਸਾਡੇ ਅਡਾਨੀ ਜਿਹੜਾ ਅੰਬਾਨੀ ਆ ਮੁਕੇਸ਼ ਅੰਬਾਨੀ ਜੀ ਉਹਦੀ ਆਮਦਨ 90 ਕਰੋੜ ਰੁਪਈਆ ਪਰ ਘੰਟੇ ਦੇ ਹਿਸਾਬ ਨਾਲ ਵੱਧ ਰਹੀ ਹੈ ਜੀ। 90 ਕਰੋੜ ਰੁਪਈਆ। ਤੇ ਉਹ ਇਹ ਕਹਿ ਰਿਹਾ ਕਿ 954 ਪਰਿਵਾਰ ਨੇ ਜਿਹੜੀਆਂ ਫੈਮਲੀਜ਼ ਨੇ ਜੇ ਉਹਨਾਂ ਤੇ ਵੈਲਥ ਟੈਕਸ ਲਗਾ ਦਿੱਤਾ ਜਾਏ ਘੱਟੋ ਘੱਟ ਜਿਹੜੀ ਆਮਦਨ ਤੇ ਟੈਕਸ ਹੈ ਉਹ ਦੇਸ਼ ਦੀ GDP ਦਾ 1% ਬਣ ਜਾਂਦਾ, ਨੇੜੇ ਤੇੜੇ ਚਲਾ ਜਾਂਦਾ। ਅਸੀਂ ਸਿਹਤ ਤੇ ਵੀ 1.5% GDP ਦਾ ਖਰਚ ਕਰ ਰਹੇ ਦੇਸ਼। ਮਤਲਬ ਇਹਦੋਂ ਡਬਲ ਵਾਂਗ ਤੁਸੀਂ ਇੱਕੋ ਗੱਲ ਨਾਲ ਕਰ ਸਕਦੇ ਹੋ ਜੇਕਰ ਇੰਨੇ ਵੈਲਥ ਦਾ ਇੱਕੋ ਵਾਰ ਲਾ ਰਹੇ ਹੋ। ਤੇ ਅਗਲੀ ਗੱਲ ਇਹ ਹੈ ਉਹ ਕਹਿੰਦਾ ਵੀ ਉਹਨਾਂ ਦੀ ਜਿਹੜੇ ਸਾਡੇ ਅਮੀਰ ਨੇ ਬੰਦੇ ਅਮੀਰ ਘਰਾਣੇ ਨੇ ਇਸ ਮਹਾਮਾਰੀ ਦੌਰਾਨ ਹੀ ਇਸ ਕਰੋਨਾ ਦੇ ਦੌਰਾਨ ਹੀ ਉਹਨਾਂ ਦਾ ਮੁਨਾਫਾ ਇੰਨਾ ਵੱਧ ਗਿਆ ਕਿ ਉਹ 10 ਸਾਲ ਤੱਕ ਕੇਂਦਰ ਸਰਕਾਰ ਦਾ ਸਿਹਤ ਬਜਟ ਚਲਾ ਸਕਦੇ ਨੇ ਤੇ 10 ਸਾਲ ਤੱਕ ਮਨਰੇਗਾ ਚਲਾਈ ਜਾ ਸਕਦੀ ਹੈ। ਉਹਨਾਂ ਵੱਡਾ ਦਿਹਾੜੀ ਜਿਹੜੀ ਦਿੱਤੀ ਜਾ ਸਕਦੀ ਹੈ। ਇਹ ਉਹਨੇ ਸਿਫਾਰਿਸ਼ ਕੀਤੀ ਸੀ ਆਕਸਫਾਰਮ ਦੀ ਰਿਪੋਰਟ ਨੇ ਕਿ ਇੱਕ ਤਾਂ ਵੈਲਥ ਟੈਕਸ ਲਗਾ ਦਿਓ ਇਹਨਾਂ ਪਰਿਵਾਰਾਂ ਤੇ ਜਿਹਦੀ ਆਮਦਨ ਐਡੀ ਵੱਡੀ ਹੈ। ਦੂਜਾ 10 ਲੱਖ ਤੋਂ ਉੱਪਰ ਵਾਲੇ ਜਿਹੜੇ ਆਮਦਨ ਨੇ ਇੱਕ ਟਾਈਮ ਕੋਵਿਡ ਸੈਸ ਲਾ ਦਿਓ, ਇੱਕੋ ਟਾਈਮ ਬਾਹਰ ਨਹੀਂ ਦੇਣਾ, ਇੱਕ ਵਾਰ ਲੈਣਾ। ਤੇ ਇਹਦੇ ਨਾਲ ਹੀ ਤੁਹਾਡਾ ਜਿਹੜਾ ਸਿਸਟਮ ਹੈ ਜਿਹੜੀ ਅਰਥ ਵਿਵਸਥਾ 'ਚ ਗਿਰਾਵਟ ਹੈ ਜਿਹੜੀ ਮੰਗ ਹੈ ਉਹ ਬਹੁਤ ਵੱਡੇ ਪੱਧਰ ਤੇ ਖੜੀ ਹੋ ਸਕਦੀ ਹੈ। ਦੁਬਾਰਾ ਅਰਥ ਵਿਵਸਥਾ ਖੜੀ ਹੋ ਸਕਦੀ ਹੈ। ਪਰ ਸਾਡੇ ਤਾਂ ਪ੍ਰਧਾਨ ਮੰਤਰੀ ਜਾਂ ਬਾਕੀ ਸਾਰੇ ਇਹਨਾਂ ਦਿਨਾਂ ਦੇ ਵਿੱਚ ਕੋਵਿਡ ਨੂੰ ਵਰਤ ਰਹੇ ਨੇ ਕਾਰਪੋਰੇਟ ਘਰਾਣਿਆਂ ਨੂੰ ਹੋਰ ਖੁੱਲੀ ਛੁੱਟੀ ਦੇਣ ਲਈ, ਅਮੀਰਾਂ ਨੂੰ ਹੋਰ ਖੁੱਲੀ ਛੁੱਟੀ ਦੇਣ ਲਈ। ਬਾਕੀ ਬੰਦਿਆਂ ਦਾ ਰੁਜ਼ਗਾਰ ਜਾਂਦਾ ਤਾਂ ਕੋਈ ਗੱਲ ਨਹੀਂ, ਬਾਕੀ ਬੰਦੇ ਭੁੱਖੇ ਮਰਦੇ ਨੇ ਤਾਂ ਕੋਈ ਗੱਲ ਨਹੀਂ। ਅਜੇ ਸਾਡੇ ਕੋਲ ਕੋਈ ਇਹੋ ਜਿਹੀ ਸਕੀਮ ਇਹੋ ਜਿਹਾ ਐਲਾਨ ਸਾਡੇ ਸਾਹਮਣੇ ਨਹੀਂ ਆਇਆ। ਤੇ ਜਿਹਦੇ ਤੋਂ ਤੁਸੀਂ ਕਾਰਪੋਰੇਟ ਫਿਲਾਸਫੀ ਲੈ ਰਹੇ ਹੋ, ਜਿਹਦੀ ਗਾਈਡੈਂਸ ਦੇ ਵਿੱਚ ਤੁਸੀਂ ਚੱਲ ਰਹੇ ਹੋ, ਉਹਦੀ ਗਾਈਡੈਂਸ ਨਾਲ ਘੱਟੋ ਘੱਟ ਉਹ ਤੋਂ ਇੱਕ ਜਿਹੜੀ ਜੇ ਕੋਈ ਚੱਜ ਦੀ ਚੀਜ਼ ਆ ਉਹ ਵੀ ਤਾਂ ਲੈ ਲਓ ਨਾ। ਬਿਲਕੁਲ ਉਹਦੇ ਤੇ ਵੀ ਅਮਲ ਕਰ ਲਓ। ਜਦੋਂ ਸੰਕਟ ਹੈ ਤਾਂ ਸੰਕਟ ਕਿਸ ਢੰਗ ਨਾਲ ਸੰਕਟ ਨਾਲ ਨਿਪਟਿਆ ਜਾਣਾ ਚਾਹੀਦਾ। ਔਰ ਜਿਵੇਂ ਉਹ ਪੈਸੇ ਇਕੱਠੇ ਕਰਨਗੇ ਉਸੇ ਤਰੀਕੇ ਦਾ ਤੁਸੀਂ ਵੀ ਟੈਕਸ ਲਾ ਕੇ ਇਕੱਠੇ ਕਰ ਲਿਓ। ਉਹਨਾਂ ਨੇ ਵੀ ਇਹੀ ਕਿਹਾ ਕਿ ਜਿਹੜਾ ਟੈਕਸ ਚੋਰੀ ਹੈ ਇੱਕ ਤਾਂ ਉਹਨੂੰ ਰੋਕਣਾ, ਇੱਕ ਅਮੀਰ ਆਦਮੀਆਂ ਨੂੰ ਜਿਹੜੇ ਵੈਲਥੀ ਬੰਦੇ ਨੇ ਉਹਨਾਂ ਨੂੰ ਤਿਆਰ ਹੋਣਾ ਚਾਹੀਦਾ ਕੰਟਰੀਬਿਊਟ ਕਰਨ ਲਈ ਦੇਸ਼ ਦੇ ਵਿੱਚ ਕੁਛ ਨਾ ਕੁਛ। ਐ ਨਹੀਂ ਚੱਲੂਗਾ ਕੰਮ। ਹੁਣ ਇਹਦੇ 'ਤੇ ਲੋੜ ਹੈ ਇਸ ਮਾਮਲੇ ਦੇ ਵਿੱਚ। ਇਸ ਕਰਕੇ ਜਿਹੜਾ ਕੁਝ ਵੀ ਦੁਨੀਆ 'ਚ ਕੁਝ ਇਹੋ ਜਿਹਾ ਹੋ ਰਿਹਾ ਜਿਹੜਾ ਬਾਕੀ ਦੀਆਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵੱਲ ਜਾ ਰਿਹਾ, ਸਾਨੂੰ ਉੱਥੋਂ ਗਾਈਡੈਂਸ ਲੈ ਲੈਣੀ ਚਾਹੀਦੀ ਹੈ। ਅਸੀਂ ਵਿਸ਼ਵ ਗੁਰੂ ਬਣਨ ਦੇ ਵੈਸੇ ਹੀ ਤਾਂ ਇਕੱਲੇ ਸਲੋਗਨਾਂ ਨਾਲ ਵਿਸ਼ਵ ਗੁਰੂ ਨਹੀਂ ਬਣਨਾ। ਵਿਸ਼ਵ ਗੁਰੂ ਉਦੋਂ ਬਣੋਗੇ ਜਦੋਂ ਇੱਥੋਂ ਦੇ ਨਾਗਰਿਕ ਰਿਸ਼ਟ ਪੁਸ਼ਟ ਹੋਣਗੇ, ਜਦੋਂ ਵਿੱਦਿਆ ਹਾਸਲ ਕਰਨਗੇ, ਜਦੋਂ ਦਿਮਾਗ ਦੇ ਨਾਲ ਉਹ ਆਪਣੇ ਹੱਕਾਂ ਦੀ ਰਾਖੀ ਦੇ ਲਈ ਲੜਨਗੇ। ਔਰ ਉਹ ਸਾਰੀਆਂ ਗੱਲਾਂ ਨਾਲ ਵਿਸ਼ਵ ਗੁਰੂ ਬਣਨਾ। ਵਿਸ਼ਵ ਗੁਰੂ ਇਕੱਲੇ ਜ਼ੁਬਾਨੀ ਜਮ੍ਹਾਂ ਖਰਚਣ ਨਾਲ ਨਹੀਂ ਬਣਨਾ, ਉੱਧਰੋਂ ਸੋਚਣ ਦੀ ਲੋੜ ਹੈ ਜੀ। ਹਮੀਰ ਸਿੰਘ ਜੀ, ਇਹ ਤਾਂ ਸੀ ਅਮਰੀਕਾ ਦੀ ਕਾਰਗੁਜ਼ਾਰੀ। ਜੇਕਰ ਗੱਲ ਕਰੀਏ ਕਰੋਨਾ ਦੌਰਾਨ ਭਾਰਤ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਹੀ ਰਹਿ ਰਹੀ ਹੈ ਅਮਰੀਕਾ ਦੇ ਮੁਕਾਬਲੇ? ਭਾਰਤ ਦੀ ਕਾਰਗੁਜ਼ਾਰੀ ਸਾਡੇ ਸਾਹਮਣੇ, ਅਸੀਂ ਤਾਂ ਅਸਲ 'ਚ ਇਹਦੇ ਬਾਰੇ ਸੀਰੀਅਸ ਹੋਏ ਨਹੀਂ ਬਹੁਤੀ ਵਾਰੀ। ਔਰ ਜਦੋਂ ਪਹਿਲਾਂ ਵਾਲਾ ਲੰਘ ਗਿਆ ਕੰਮ ਜਿਹੜਾ 2020 ਵਾਲਾ, ਉਦੋਂ ਬਾਅਦ ਅਸੀਂ ਬਿਲਕੁਲ ਹੀ ਨਿਸਲ ਹੋ ਗਏ, ਛੱਡਤਾ ਸਾਰਾ ਕੁਛ। ਅਸੀਂ ਜਿਹੜੇ ਪ੍ਰਬੰਧ ਪਹਿਲਾਂ ਕੀਤੇ ਸੀ ਉਹ ਵੀ ਖਰਾਬ ਕਰਤੇ ਸਾਰੇ। ਔਰ ਉਹ ਬੈਡਰ ਸੀ, ਉਹ ਬਾਕੀ ਆਕਸੀਜਨ ਦਾ ਪ੍ਰਬੰਧ, ਹੋਰ ਚੀਜ਼ਾਂ ਜੋ ਵੀ ਆਉਣੀਆਂ ਸੀ। ਫਿਰ ਜਦੋਂ ਸਾਡੇ ਸਾਹਮਣੇ ਦੂਜੀ ਦੁਨੀਆ 'ਚ 2-3 ਮਹੀਨੇ ਪਹਿਲਾਂ ਇਹ ਆਉਣ ਲੱਗ ਗਿਆ ਕਿ ਦੂਜਾ ਵਾਇਰਸ ਆ ਗਿਆ, ਹੋਰ ਆ ਗਿਆ, ਰੂਪ ਬਦਲ ਕੇ ਆ ਗਿਆ, ਉੱਥੇ ਆਹ ਸੰਕਟ ਨੇ, ਤੇ ਉਹਨੂੰ ਵੀ ਅਸੀਂ ਨਹੀਂ ਬਚਿਆ। ਉਹਨੂੰ ਬਚ ਕੇ ਵੀ ਅਸੀਂ ਕੋਈ ਯੋਜਨਾ ਨਹੀਂ ਬਣਾਈ ਇਸ ਪੱਧਰ ਦੇ ਉੱਤੇ। ਤੇ ਹੁਣ ਵੀ ਸਾਡੇ 'ਚ ਸਭ ਤੋਂ ਬੜਾ ਕ੍ਰਾਈਸਿਸ ਇਹੀ ਹੈ ਕਿ ਸਾਡੇ ਗੱਲ ਕਰਨ ਲਈ ਕੋਈ ਇੱਕ ਦੂਜੇ ਨਾਲ ਤਿਆਰ ਨਹੀਂ ਹੈ। ਸਾਡੇ ਪ੍ਰਧਾਨ ਮੰਤਰੀ ਆਪਣੇ ਕੈਬਨਿਟ ਦੇ ਨਾਲ ਗੱਲ ਕਰਨ ਲਈ ਤਿਆਰ ਨਹੀਂ, ਸਾਡੇ ਮੁੱਖ ਮੰਤਰੀ ਇੱਕ ਦੂਜੇ ਨਾਲ ਗੱਲ ਕਰਨ ਲਈ ਤਿਆਰ ਨਹੀਂ, ਅਸੀਂ ਲੋਕਾਂ ਦੀ ਰਾਏ ਲੈਣ ਲਈ ਤਿਆਰ ਨਹੀਂ, ਅਸੀਂ ਬਾਕੀ ਦੇ ਲੋਕ ਜਿਹੜੇ ਹੋਰ ਮਾਹਰ ਨੇ ਉਹਨਾਂ ਦੀ ਰਾਏ ਲੈ ਕੇ ਕੋਈ ਸਲਾਹ ਮੰਨਣ ਲਈ ਤਿਆਰ ਨਹੀਂ ਹੈ। ਸਭ ਤੋਂ ਬੜਾ ਕ੍ਰਾਈਸਿਸ ਇਹ ਹੈ। ਉਸੇ ਕਰਕੇ ਫਿਰ ਇਹ ਹੈ ਕਿ ਤੁਸੀਂ ਦੇਖੋ ਕਿ ਘੱਟੋ ਘੱਟ 20 ਦਿਨ ਤੱਕ ਲਗਾਤਾਰ ਹੋ ਗਏ ਜਦੋਂ ਦਾ ਆਕਸੀਜਨ ਦਾ ਰੌਲਾ ਪੈ ਰਿਹਾ। ਹੁਣ ਇਸ ਲੋਕਾਂ ਦੇ ਗੱਲ ਸਾਹਮਣੇ ਹੀ ਨਹੀਂ ਆ ਰਹੀ। ਕਦੇ ਇੱਕ ਫਿਲਮੀ ਐਕਟਰ ਹੈ, ਮੰਨ ਲਓ ਸੋਨੂ ਸੂਦ ਦੀ, ਬਾਰ-ਬਾਰ TV ਚੈਨਲਾਂ 'ਤੇ ਗੱਲ ਆ ਰਹੀ ਹੈ। ਉਹ ਕਹਿੰਦਾ ਮੈਨੂੰ ਬੰਗਲੌਰ ਤੋਂ ਫੋਨ ਆਉਂਦਾ ਰਾਤ ਨੂੰ, ਫਲਾਨਾ ਅਸੀਂ ਮੈਨੇਜ ਕਰਕੇ ਦਿੰਦੇ ਹਾਂ। ਉਹ ਕਿਵੇਂ ਮੈਨੇਜ ਕਰਕੇ ਦੇ ਦਿੰਦਾ ਵੀ ਉਹਨੂੰ ਹਸਪਤਾਲ ਨੂੰ 20 ਬੰਦਿਆਂ ਲਈ 20 ਸਿਲੰਡਰ ਦੇਣੇ ਨੇ, ਬਾਕੀ ਲਈ ਦੇਣੇ ਨੇ। ਇਸੇ ਤਰ੍ਹਾਂ ਗੁਰਦੁਆਰੇ ਨੇ ਜਿੰਨੇ ਮਰਜ਼ੀ, ਉਹਨਾਂ ਨੇ ਸਿਲੰਡਰ ਦਾ ਪ੍ਰਬੰਧ ਕਰਕੇ ਲੋਕਾਂ ਨੂੰ ਦਿੱਤਾ ਹੋਇਆ, ਬਾਹਰ ਲਾ ਲੈਂਦੇ ਨੇ ਜਿੱਥੇ ਵੀ ਮਰਜ਼ੀ ਦਿੰਦੇ ਨੇ। ਉਹ ਪ੍ਰਬੰਧ ਕਿੱਥੋਂ ਹੋ ਜਾਂਦਾ ਹੈ? ਇਹਦਾ ਮਤਲਬ ਸਾਫ਼ ਹੈ ਕਿ ਸਾਡੇ ਕੋਲ ਆਕਸੀਜਨ ਹੈਗੀ ਹੈ,
ਤੇ ਸਾਡੇ ਕੋਲ ਕੋਈ ਢਾਂਚਾ ਨਹੀਂ, ਕੋਈ ਵਿਉਂਤਬੰਦੀ ਨਹੀਂ, ਕੋਈ ਕੰਮ ਕਰਨ ਲਈ ਪ੍ਰਸ਼ਾਸਨਿਕ ਤੰਤਰ ਨਹੀਂ। ਜਿਹੜਾ ਉਹ ਕਹਿੰਦੇ ਨੇ ਪ੍ਰਸ਼ਾਸਨਿਕ ਨੂੰ ਅਸੀਂ ਯੋਗ ਬਣਾ ਦਾਂਗੇ, ਉਹ 6 ਮਹੀਨੇ ਦਾ ਕੰਮ 15 ਦਿਨ 'ਚ ਕਰ ਦੇਗਾ। ਮੈਨੂੰ ਲੱਗਦਾ ਕਿ ਜਿਵੇਂ ਡਰ ਦੇ ਮੂਹਰੇ ਉਹ ਹੱਕਾ ਬੱਕਾ ਹੋ ਜਾਂਦਾ ਹੈ, ਲਾਚਾਰ ਹੋ ਜਾਂਦਾ ਹੈ, ਹਥਿਆਰ ਸੁੱਟ ਦਿੰਦਾ ਹੈ। ਐਂ ਲੱਗਦਾ ਕਿ ਸਰਕਾਰ ਹਥਿਆਰ ਸੁੱਟ ਚੁੱਕੀ ਹੈ। ਉਹਨੂੰ ਕੋਰਟਾਂ ਦੀ ਡਾਂਟ ਨਾਲ ਵੀ ਕੋਈ ਸਰਗਰਮੀ ਨਜ਼ਰ ਨਹੀਂ ਆਉਂਦੀ। ਅਦਾਲਤਾਂ ਲੱਖ ਚਾਹੇ ਕਹੀ ਜਾਣ, ਬੋਲੀ ਜਾਣ, ਜੋ ਮਰਜ਼ੀ ਹੋਰ ਲੋਕ ਚੀਕੀ ਜਾਣ, ਕੋਈ ਨਹੀਂ ਨਜ਼ਰ ਆ ਰਹੀ। ਮਤਲਬ ਇਸੇ ਕਰਕੇ ਉਹਦੇ 'ਚ ਇੰਪਰੂਵਡ ਪ੍ਰਸ਼ਾਸਨ ਚੁਸਤ ਦਰੁਸਤ ਹੋਇਆ, ਜਾਂ ਸਾਡਾ ਢਾਂਚਾ ਚੁਸਤ ਦਰੁਸਤ ਹੋਇਆ ਨਜ਼ਰ ਨਹੀਂ ਆ ਰਿਹਾ। ਘੱਟੋ ਘੱਟ ਲੋਕਾਂ 'ਚ ਪੋਲੀਟੀਕਲ ਲੀਡਰ ਵਿਚਰਨਾ ਸ਼ੁਰੂ ਕਰ ਦੇਣ। ਹਸਪਤਾਲਾਂ ਦਾ ਗੇੜਾ ਮਾਰਨ ਤੋਂ ਤਾਂ ਕੋਈ ਨਹੀਂ ਰੋਕਦਾ ਨਾ। ਜਿਹੜੀਆਂ ਵੱਖ-ਵੱਖ ਸਰਕਾਰਾਂ ਨੇ ਵੱਖ-ਵੱਖ, ਇਹ ਭਰੋਸਾ ਪੈਦਾ ਕਰਨਾ ਹੁੰਦਾ ਲੋਕਾਂ ਨੇ। ਤੁਸੀਂ ਡਰ ਕੇ ਅੰਦਰ ਬੈਠ ਗਏ ਹੋ ਲੋਕਾਂ 'ਚ ਜਾਣ ਦੀ ਬਜਾਏ। ਵੋਟਾਂ 'ਚ ਚਾਹੇ ਜਿੰਨਾ ਮਰਜ਼ੀ ਖਤਰਾ ਹੋਵੇ, ਉਦੋਂ ਤੁਸੀਂ ਵਗ ਜਾਂਦੇ ਹੋ ਲੋਕਾਂ ਦੇ ਵਿੱਚ ਗੱਲ ਕਰਨ ਲਈ, ਰੈਲੀਆਂ ਦੇ ਵਿੱਚ ਜਾਂ ਬਾਕੀ ਦੀਆਂ ਚੀਜ਼ਾਂ ਦੇ ਵਿੱਚ। ਇਹ ਬਹੁਤ ਬੜਾ ਸਵਾਲ ਹੈ। ਤੁਹਾਡੀ ਅੱਜ ਵੀ ਤਰਜੀਹ ਕੀ ਹੈ? ਭਾਰਤ ਸਰਕਾਰ ਦੀ ਤਰਜੀਹ ਹੈ ਸੈਂਟਰਲ ਵਿਸਟਾ ਤਿਆਰ ਕਰਨਾ, ਜਿੱਥੇ ਪ੍ਰਧਾਨ ਮੰਤਰੀ ਮੋਦੀ ਦੀ ਰਿਹਾਇਸ਼ ਬਣੇਗੀ। ਬੜੀ ਐਸੇ 1 ਸਾਲ 'ਚ ਬਣਨੀ ਚਾਹੀਦੀ ਹੈ, ਕਿਉਂਕਿ ਅਗਲੇ ਸਾਲ ਕਹਿੰਦੇ ਨੇ 75ਵਾਂ ਸਾਡਾ ਆਜ਼ਾਦੀ ਦਾ ਦਿਹਾੜਾ ਜਿਹੜਾ ਆਏਗਾ, ਉਦੋਂ ਅਸੀਂ ਪੂਰਾ ਕਰਨਾ। ਉਹਨੂੰ ਤੁਸੀਂ ਜ਼ਰੂਰੀ ਸੇਵਾਵਾਂ 'ਚ ਪਾ ਦਿੰਦੇ ਹੋ। ਤੁਹਾਡੀਆਂ ਕਿਤਾਬਾਂ ਜ਼ਰੂਰੀ ਸੇਵਾਵਾਂ 'ਚ ਨਹੀਂ ਹੈ, ਤੁਹਾਡੇ ਹੋਰ ਸਾਧਨ ਜ਼ਰੂਰੀ ਸੇਵਾਵਾਂ 'ਚ ਨਹੀਂ ਹੈ, ਤੇ ਉੱਥੇ ਤੁਸੀਂ ਮਜ਼ਦੂਰ ਲਾ ਰੱਖੇ ਨੇ ਕੰਮ ਕਰਨ ਲਈ ਆਪਣਾ ਕਰ, ਤੇ 20,000 ਕਰੋੜ ਰੁਪਈਆ ਖਰਚ ਰਹੇ ਹੋ। ਵੈਸੇ ਤੁਸੀਂ ਕਹਿ ਰਹੇ ਹੋ ਵੈਕਸੀਨ ਦੇ ਲਈ ਪੈਸੇ ਨਹੀਂ, ਤੁਸੀਂ ਕਿਸੇ ਨੂੰ ਕਹਿ ਦਿੰਦੇ ਹੋ। ਇਹ ਤਰਜੀਹਾਂ ਦਾ ਸਵਾਲ ਹੈ। ਸਾਡੀਆਂ ਤਰਜੀਹਾਂ ਰੌਂਗ ਨੇ, ਮਿਸਪਲੇਸਡ ਨੇ, ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਸਾਡੀਆਂ ਗਲਤ ਨੇ। ਉਹ ਜਿਹੜੀ ਅੱਜ ਤਰਜੀਹ ਹੋਣੀ ਚਾਹੀਦੀ ਉਹ ਅੱਜ ਨਹੀਂ ਹੈ। ਇਹਦੇ ਤੋਂ ਸਾਡੀ ਬੌਧਿਕ ਸਮਰੱਥਾ, ਸਾਡੀ ਪ੍ਰਸ਼ਾਸਨਿਕ ਸਮਰੱਥਾ, ਸਾਡੀ ਲੋਕਾਂ ਪ੍ਰਤੀ ਪ੍ਰਤੀਬੱਧਤਾ ਤੇ ਸਮਾਜ ਪ੍ਰਤੀ ਸਾਡੀ ਇੱਕ ਜਿਹੜੀ ਸਰਗਰਮੀ ਹੁੰਦੀ ਹੈ, ਉਹ ਸਾਰੀਆਂ 'ਤੇ ਹੀ ਸਵਾਲੀਆ ਨਿਸ਼ਾਨ ਲੱਗ ਰਿਹਾ। ਕਿਸੇ ਇੱਕ 'ਤੇ ਵੀ ਨਹੀਂ ਲੱਗ ਰਿਹਾ ਕਿ ਤੁਸੀਂ ਯੋਗ ਹੋ। ਆਪਣੇ ਆਪ ਜੋ ਮਰਜ਼ੀ ਆਪਣਾ ਸਿਰ ਪੜੋਸੀ ਜਾਓ ਕਿ ਅਸੀਂ ਸਭ ਤੋਂ ਵੱਧ ਯੋਗ ਹਾਂ, ਪਰ ਹਾਲਾਤ ਇਹ ਦੱਸਦੇ ਨੇ ਕਿ ਤੁਸੀਂ ਇਨਕੰਪੀਟੈਂਟ ਸ਼ੋ ਹੋ ਰਹੇ ਹੋ, ਅਯੋਗਤਾ ਸਾਬਤ ਕਰ ਰਹੇ ਹੋ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਫਿਰ ਮਿਲਾਂਗੇ ਇੱਕ ਨਵੇਂ ਮੁੱਦੇ ਦੇ ਨਾਲ। ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।